ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇਸ ਖਬਰਨਾਮੇ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਾਂਗੇ, ਆਓ ਸਭ ਤੋਂ ਪਹਿਲਾਂ ਉਹਨਾਂ ਖਬਰਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਵਾਂ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ, ਇਜ਼ਰਾਈਲ ਦੇ ਵਿੱਚ 23 ਸਤੰਬਰ ਦੇ 2:45 ਵਜੇ ਭਾਰਤੀਆਂ ਦੀ ਯਾਦ ਦੇ ਵਿੱਚ ਝੰਡੇ ਵੀ ਝੁਕ ਜਾਂਦੇ ਆ ਤੇ ਸਿਰ ਵੀ ਝੁਕ ਜਾਂਦੇ ਆ। ਇਹ ਕਿਉਂ ਹੁੰਦੇ ਨੇ, ਇਹ ਵਿਸਥਾਰ ਨਾਲ ਤੁਹਾਡੇ ਨਾਲ ਖਬਰ ਸਾਂਝੀ ਕਰਾਂਗਾ। ਤੇ ਇੱਧਰ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਹੋਣ ਜਾ ਰਹੀ ਹੈ। ਜਿਹੜੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਇਸ ਵਕਤ ਉਮੀਦਵਾਰ ਨੇ ਡੈਮੋਕ੍ਰੇਟਿਕ ਪਾਰਟੀ ਦੇ, ਉਹਨਾਂ ਨੇ ਆਖਿਆ ਕਿ ਜੇਕਰ ਮੈਂ ਜਿੱਤ ਗਿਆ ਨਾ ਤੇ ਭਾਰਤੀਆਂ ਵਾਸਤੇ ਵੀਜ਼ਿਆਂ ਦੇ ਵਿੱਚ ਖਾਸ ਰਿਆਇਤ ਹੋਏਗੀ। ਕੀ ਆਖਿਆ, ਖੋਲ ਕੇ ਦੱਸਾਂਗੇ। ਅਗਲੀ ਖਬਰ, ਜਿੱਥੇ ਕਿਤੇ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ, ਜਿੱਥੇ ਅਸੀਂ ਤੁਹਾਨੂੰ ਰੋਜ਼ਾਨਾ ਅਪਡੇਟ ਕਰਦੇ ਹਾਂ, ਉੱਥੇ ਆ ਚੰਗੀ ਖਬਰ ਆਈ ਹੈ। ਇਟਲੀ ਦੇ ਵਿੱਚੋਂ ਇੱਕ ਪੰਜਾਬੀ ਵਿਅਕਤੀ ਨੇ ਇਤਿਹਾਸ ਰਚਿਆ, ਉਹਦੀ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਇੱਕ ਬੜੀ ਮਾੜੀ ਖਬਰ ਆਈ ਹੈ। ਇੱਕ 10 ਕੁ ਵਰ੍ਹਿਆਂ ਦੇ ਬਾਲ ਨੇ ਇੱਕ 30 ਵਰ੍ਹਿਆਂ ਦੀ ਔਰਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਉਹਦੇ ਪਿੱਛੇ ਵਜ੍ਹਾ ਕੀ ਸੀ, ਖੋਲ ਕੇ ਦੱਸਾਂਗੇ। ਤੁਹਾਨੂੰ ਪਤਾ ਹੈ ਕਿ ਕਿਸਾਨੀ ਇਸ ਵਕਤ ਸੜਕਾਂ ਤੇ, ਅੰਨਦਾਤਾ ਸੜਕਾਂ ਤੇ ਹੈ। ਉਹ ਵੀ ਤੁਹਾਨੂੰ ਪਤਾ ਹੈ ਕਿ ਕਾਰਨ ਉਹਦੇ ਕੀ ਨੇ। ਨਵਜੋਤ ਸਿੱਧੂ ਲਗਭਗ 14 ਮਹੀਨਿਆਂ ਦੀ ਲੰਬੀ ਚੁੱਪ ਤੋਂ ਬਾਅਦ ਬੋਲਿਆ, ਕੇਂਦਰ ਸਰਕਾਰ ਨੂੰ ਲਲਕਾਰਾ ਮਾਰਿਆ ਤੇ ਕਈ ਪਾਜ ਉਧੇੜ ਕੇ ਰੱਖ ਦਿੱਤੇ ਹੈ। ਨਵਜੋਤ ਸਿੱਧੂ ਦੇ ਬਾਬਤ ਵੀ ਗੱਲਬਾਤ ਕਰਾਂਗੇ। ਅਤੇ ਇੱਧਰ ਕਾਂਗਰਸ ਅਤੇ ਭਗਵੰਤ ਮਾਨ ਇਸ ਮੁੱਦੇ ਤੇ ਇਕਮੁੱਠ ਹੋਏ ਨੇ, ਇਹਦੇ ਬਾਬਤ ਵੀ ਗੱਲਬਾਤ ਕੀਤੀ ਜਾਏਗੀ। ਤੇ ਆਖਰੀ ਖਬਰ ਜੀ ਤੇ ਚਰਚਾ ਕਰਾਂਗੇ। ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ, ਤਰੀਕ ਵੀ ਨਿਰਧਾਰਤ ਸੀ, ਸਮਾਂ ਵੀ ਨਿਰਧਾਰਤ ਸੀ, ਥਾਣੇ ਨਹੀਂ ਪਹੁੰਚਿਆ। ਪਰ ਅਦਾਲਤ ਦਾ ਦਰਵਾਜ਼ਾ ਇੱਕ ਵਾਰੀ ਫੇਰ ਖੜਕਾ ਦਿੱਤਾ। ਪੰਜਾਬ ਤੇ ਹਰਿਆਣਾ ਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਚਲਾ ਗਿਆ। ਅਦਾਲਤ ਨੇ ਫੇਰ ਇੱਕ ਵਾਰੀ ਵੱਡੀ ਰਾਹਤ ਦੇ ਦਿੱਤੀ ਹੈ। ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਕਰਨੀ ਹੈ ਚਰਚਾ। ਪਰ ਉਹਦੇ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ, ਤਾਂ ਕਿ ਆਪਣੀ ਰੋਜ਼ਾਨਾ ਦੀ ਇਹ ਮੁਲਾਕਾਤ ਇਸੇ ਤਰ੍ਹਾਂ ਹੁੰਦੀ ਰਹੇ ਅਤੇ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਰਹੇ। ਅਤੇ ਦੇ ਨਾਲ ਹੀ ਜੇਕਰ ਇਹ ਜਾਣਕਾਰੀਆਂ ਚੰਗੀਆਂ ਲੱਗੀਆਂ ਤਾਂ ਫਿਰ ਲਾਈਕ ਅਤੇ ਸ਼ੇਅਰ ਕਰਨ ਵਾਲੀ ਕਸਰ ਕੋਈ ਨਾ ਛੱਡਿਓ। ਤੇ ਆਓ ਹੁਣ ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀ ਇੱਕ ਇਤਿਹਾਸਕ ਮਹੱਤਤਾ ਇਜ਼ਰਾਈਲ ਦੇ ਵਿੱਚ 1918 ਦੇ ਵਿੱਚ ਇਹ ਘਟਨਾ ਵਾਪਰੀ ਸੀ। ਲਗਭਗ ਇੱਕ ਸਦੀ ਤੋਂ ਜ਼ਿਆਦਾ ਸਮਾਂ ਹੋ ਗਿਆ। ਇਹਨੂੰ ਕਹਿੰਦੇ ਆ ਬੈਟਲ ਆਫ ਹਾਈਫਾ। ਇਜ਼ਰਾਈਲ ਦੇ ਵਿੱਚ ਭਾਰਤੀ ਫੌਜੀਆਂ, ਭਾਰਤੀ ਜਵਾਨਾਂ ਦੀ ਯਾਦ ਦੇ ਵਿੱਚ ਲੋਕ ਸਿਰ ਵੀ ਝੁਕਾਉਂਦੇ ਆ, ਉੱਥੋਂ ਦਾ ਝੰਡਾ ਵੀ ਝੁਕ ਜਾਂਦਾ ਹੈ, ਕਿਉਂਕਿ 23 ਸਤੰਬਰ ਦਾ ਦਿਨ ਇਜ਼ਰਾਈਲ ਦੇ ਇਤਿਹਾਸ ਦੇ ਵਿੱਚ ਇੱਕ ਖਾਸ ਮਹੱਤਤਾ ਰੱਖਦਾ ਹੈ। ਜਦੋਂ ਉੱਥੇ 23 ਸਤੰਬਰ ਦੇ 2:45 ਵੱਜਦੇ ਨੇ ਤੇ ਝੰਡਾ ਵੀ ਝੁਕੂਗਾ ਅਤੇ ਭਾਰਤੀ ਫੌਜੀਆਂ ਦੀ ਸ਼ਾਨ ਦੇ ਵਿੱਚ ਲੋਕ ਸਿਰ ਵੀ ਝੁਕਾਉਂਦੇ ਨੇ। ਕਿੱਡੀ ਮਾਣ ਵਾਲੀ ਗੱਲ ਹੈ। ਅਸਲ ਦੇ ਵਿੱਚ ਇਹਨਾਂ ਫੌਜੀਆਂ ਨੇ ਇਜ਼ਰਾਈਲ ਦੇ ਸ਼ਹਿਰ ਹਾਈਫਾ ਨੂੰ ਆਜ਼ਾਦ ਕਰਵਾਇਆ ਸੀ। ਇਜ਼ਰਾਈਲ ਦੀ ਸਰਕਾਰ ਉਸ ਗੱਲ ਨੂੰ ਅੱਜ ਤੱਕ ਭੁੱਲੀ ਨਹੀਂ। ਹਾਈਫਾ, ਜੇਰੂਸਲਮ, ਰਾਮਲੇ, ਖਿਆਤ ਤੇ ਸਮੁੰਦਰੀ ਤੱਟਾਂ ਤੇ ਬਣੀਆਂ ਲਗਭਗ 900 ਭਾਰਤੀ ਫੌਜੀਆਂ ਦੀ ਸਮਾਧੀਆਂ ਦੀ ਇਜ਼ਰਾਈਲ ਸਰਕਾਰ ਅੱਜ ਵੀ ਦੇਖਭਾਲ ਕਰਦੀ ਹੈ। ਪਰ ਸਾਡੇ ਵਾਲੇ ਪਾਸੇ ਹਾਲੇ ਤੱਕ ਸਾਨੂੰ ਸ਼ਹੀਦ ਦੇ ਰੁਤਬੇ ਦਿਵਾਉਣ ਬਾਰੇ ਸਰਕਾਰਾਂ ਦੇ ਉੱਤੇ ਲਗਾਤਾਰ ਦਬਾਅ ਪਾਉਣਾ ਪੈ ਰਿਹਾ ਹੈ। ਕਈਆਂ ਥਾਵਾਂ ਤੇ ਭਾਰਤ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ ਲੋਕ ਭਾਵੇਂ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਤੇ ਹੀ ਕੋਈ ਚੌਂਕ ਕਿਉਂ ਨਾ ਰੱਖਣਾ ਹੋਵੇ, ਲੜਦੇ ਦੇਖੇ ਜਾਂਦੇ ਆ। ਪਰ ਸਦੀ ਤੋਂ ਜ਼ਿਆਦਾ ਹੋ ਗਿਆ। ਅੱਜ ਵੀ ਲੋਕ ਇਹਨਾਂ ਭਾਰਤੀਆਂ ਦੇ ਮਾਣ ਵਿੱਚ, ਸਨਮਾਨ ਦੇ ਵਿੱਚ ਸਿਰ ਵੀ ਝੁਕਾਉਂਦੇ ਆ ਤੇ ਝੰਡੇ ਵੀ ਝੁਕਾਉਂਦੇ ਆ। ਇੰਨਾ ਹੀ ਨਹੀਂ, ਅਸੀਂ ਕਹਿੰਦੇ ਹਾਂ ਕਿ ਗਦਰੀ ਬਾਬਿਆਂ ਨੂੰ ਇਤਿਹਾਸ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਇਜ਼ਰਾਈਲ ਦੀ ਸਰਕਾਰ ਆਪਣੀਆਂ ਕਿਤਾਬਾਂ ਦੇ ਵਿੱਚ, ਸਿਲੇਬਸ ਦੇ ਵਿੱਚ ਇਹ ਭਾਰਤੀ ਫੌਜੀਆਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹਾਉਂਦੀ ਹੈ। ਤੇ ਹਰ ਸਾਲ ਇਸ ਦਿਨ ਨੂੰ ਹਾਈਫਾ ਦਿਵਸ ਤੇ ਮਨਾਇਆ ਜਾਂਦਾ ਹੈ। ਇਤਿਹਾਸਕਾਰ ਦੱਸਦੇ ਆ ਕਿ 102 ਸਾਲ ਪਹਿਲਾਂ 23 ਸਤੰਬਰ ਦੇ ਦਿਨ ਦੁਪਹਿਰ ਦੇ ਲਗਭਗ 2:45 ਵਜੇ ਭਾਰਤੀ ਫੌਜੀਆਂ ਨੇ ਹਾਈਫਾ ਨੂੰ ਆਜ਼ਾਦ ਕਰਵਾ ਲਿਆ ਸੀ। ਹਾਈਫਾ ਦੀ ਇਸ ਲੜਾਈ ਦਾ ਇਤਿਹਾਸ ਮੈਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਰਾਜਪੂਤਾਨੇ ਦੀ ਫੌਜ ਜੋਧਪੁਰ ਰਿਆਸਤ ਦੇ ਸੈਨਾਪਤੀ ਮੇਜਰ ਦਲਪਤ ਸਿੰਘ ਦੀ ਅਗਵਾਈ ਦੇ ਵਿੱਚ ਲੜੀ ਸੀ। ਉਸ ਸਮੇਂ ਭਾਰਤ ਦੇ ਵਿੱਚ ਅੰਗਰੇਜ਼ ਹਕੂਮਤ ਸੀ। ਅੰਗਰੇਜ਼ਾਂ ਨੇ ਜੋਧਪੁਰ ਰਿਆਸਤ ਨੂੰ ਹਾਈਫਾ ਤੇ ਕਬਜ਼ਾ ਕਰਨ ਦਾ ਹੁਕਮ ਦਿੱਤਾ।
ਹੁਕਮ ਮਿਲਦੇ ਸਾਰੀ ਜੋਧਪੁਰ ਰਿਆਸਤ ਦੇ ਸੈਨਾਪਤੀ ਦਲਪਤ ਸਿੰਘ ਨੇ ਆਪਣੀ ਟੀਮ ਦੇ ਨਾਲ ਦੁਸ਼ਮਣ ਤੇ ਹਮਲਾ ਬੋਲ ਦਿੱਤਾ। ਪਰ ਜਿਉਂ ਹੀ ਕਹਿੰਦੇ ਇਹ ਫੌਜ ਦੀ ਟੁਕੜੀ ਅੱਗੇ ਵਧੀ, ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ ਦੁਸ਼ਮਣਾਂ ਕੋਲ ਤੇ ਤੋਪਾਂ ਵੀ ਨੇ, ਬੰਦੂਕਾਂ ਵੀ ਨੇ। ਆ ਸੈਨਾਪਤੀ ਦਲਪਤ ਸਿੰਘ ਜਿਹੜੀ ਟੁਕੜੀ ਲੈ ਕੇ ਗਏ ਨੇ, ਇਹਨਾਂ ਕੋਲ ਕੁਝ ਘੋੜੇ ਹੈ, ਕੁਝ ਪੈਦਲ ਹੈ ਤੇ ਕੁਝ ਕੋਲ ਕਿਰਪਾਨਾਂ ਤਲਵਾਰਾਂ ਨੇ, ਭਾਲੇ ਨੇ, ਟਕੂਏ ਨੇ। ਤੇ ਲੜਾਈ ਕਿਵੇਂ ਲੜੇਗੀ? ਇੱਕ ਪਾਸੇ ਤੋਪਾਂ ਬੰਦੂਕਾਂ ਤੇ ਇੱਕ ਪਾਸੇ ਕਿਰਪਾਨਾਂ ਭਾਲੇ। ਇਸ ਕਰਕੇ ਉਹਨਾਂ ਨੇ ਤੁਰੰਤ ਹੀ ਹੁਕਮ ਦੇ ਦਿੱਤਾ ਕਿ ਦਲਪਤ ਸਿੰਘ ਜੀ ਆਪਣੀ ਫੌਜ ਟੁਕੜੀ ਨੂੰ ਲੈ ਕੇ ਜੰਗ ਦੇ ਮੈਦਾਨ ਦੇ ਵਿੱਚੋਂ ਵਾਪਸ ਪਰਤਾਓ। ਪਰ ਦੇਖੋ ਤੁਸੀਂ ਦਲੇਰੀ, ਅੱਗਿਓਂ ਜਵਾਬ ਦਿੱਤਾ ਦਲਪਤ ਸਿੰਘ ਨੇ। ਉਹ ਕਹਿੰਦੇ ਸਾਡਾ ਰਿਵਾਜ਼ ਨਹੀਂ ਕਿ ਅਸੀਂ ਜੰਗ ਦੇ ਮੈਦਾਨ ਦੇ ਵਿੱਚੋਂ ਵਾਪਸ ਪਰਤੀਏ। ਸਾਡਾ ਰਿਵਾਜ਼ ਹੈ ਜਾਂ ਤਾਂ ਅਸੀਂ ਜਿੱਤ ਕੇ ਵਾਪਸ ਪਰਤਦੇ ਹਾਂ ਜਾਂ ਸ਼ਹਾਦਤ ਦਾ ਜਾਮ ਪੀ ਕੇ ਵਾਪਸ ਆਉਂਦੇ ਹਾਂ। ਇੱਥੇ ਗਹਿ ਗੱਚ ਲੜਾਈ ਹੋਈ। ਜੋਧਪੁਰ ਦੀ ਇਸ ਫੌਜ ਦੇ ਲਗਭਗ 900 ਫੌਜੀ ਸ਼ਹਾਦਤ ਦਾ ਜਾਮ ਪੀ ਗਏ। ਇਤਿਹਾਸ ਗਵਾਹ ਹੈ। ਅੱਜ ਵੀ ਜੇਕਰ 23 ਸਤੰਬਰ ਦੇ 2:45 ਵਜੇ ਝੰਡੇ ਝੁਕਦੇ ਹੈ ਤੇ ਆਖਰਕਾਰ ਜਿੱਤ ਇਹਨਾਂ ਦੀ ਹੋਈ। ਤੇ ਕਈ ਸੌ ਸਾਲ ਪੁਰਾਣੇ ਆਟੋਮੈਨ ਸਾਮਰਾਜ ਦਾ ਇਹਨਾਂ ਫੌਜੀਆਂ ਨੇ ਅੰਤ ਕਰ ਦਿੱਤਾ। ਤੇ ਫਿਰ ਕਿਉਂ ਨਾ 23 ਸਤੰਬਰ ਦੇ ਦਿਨ ਹਾਈਫਾ ਦਿਵਸ ਦੇ ਵਿੱਚ ਇਜ਼ਰਾਈਲ ਦੇ ਲੋਕ ਇਹਨਾਂ ਨੂੰ ਸਜਦੇ ਕਰਨ, ਸਲਾਮਾ ਕਰਨ। ਤੇ ਇਹਨਾਂ ਦੇ ਵਿੱਚ ਕੁਝ ਘੋੜਸਵਾਰ ਸੀ, ਕੁਝ ਪੈਦਲ ਸੀ। ਇਹਨਾਂ ਰੈਜੀਮੈਂਟਾਂ ਦੇ ਵਿੱਚ ਮੈਸੂਰ, ਹੈਦਰਾਬਾਦ, ਜੋਧਪੁਰ ਲਾਂਸਰਜ਼, ਇਹ ਸਾਰੀਆਂ ਫੌਜਾਂ ਨੇ ਉਸ ਜੰਗ ਦੇ ਮੈਦਾਨ ਦੇ ਵਿੱਚ ਟਾਕਰਾ ਕੀਤਾ। ਕੁਝ ਨੇ ਆਪਣੀ ਸ਼ਹਾਦਤ ਦਾ ਜਾਮ ਪੀਤਾ, ਪਰ ਆਟੋਮਾਨ ਤੋਂ ਹਾਈਫਾ ਨੂੰ ਮੁਕਤ ਕਰਵਾ ਦਿੱਤਾ ਸੀ। ਸੋ ਹੁਣ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਇਸ ਤਰ੍ਹਾਂ ਦੀਆਂ ਕਹਾਣੀਆਂ ਪਰ ਆਪਣੇ ਬੱਚਿਆਂ ਨੂੰ ਦੱਸਦੇ ਰਿਹਾ ਕਰੋ। ਆਹ ਲੀਡਰਾਂ ਦੇ ਉੱਤੇ ਪ੍ਰੈਸ਼ਰ ਵੀ ਪਾਉਂਦੇ ਰਿਹਾ ਕਰੋ ਕਿ ਸਾਡੇ ਯੋਧਿਆਂ ਦੀਆਂ, ਸੂਰਬੀਰਾਂ ਦੀਆਂ ਕਹਾਣੀਆਂ ਸਾਡੇ ਇਤਿਹਾਸ ਦਾ ਹਿੱਸਾ ਬਣਨੀਆਂ ਚਾਹੀਦੀਆਂ ਨੇ। ਕਿਹੜਾ ਚਰਖੇ ਗੇੜ ਗਿਆ, ਕਿਹੜਾ ਕੀ ਕਰ ਗਿਆ, ਜੇ ਸਾਨੂੰ ਘੱਟ ਵੀ ਪੜ੍ਹਾ ਦਿੱਤਾ ਜਾਊ ਕੋਈ ਬੜਾ ਫਰਕ ਨਹੀਂ ਪੈਣਾ। ਫਰਕ ਇਹ ਪੈਣਾ ਕਿ ਕੌਮ ਦੇ ਵਿੱਚ, ਨਸਲ ਦੇ ਵਿੱਚ ਅਸੀਂ ਬੀਜ ਕੀ ਬੀਜਦੇ ਹਾਂ। ਤੇ ਹੁਣ ਆ ਸਾਡਾ ਗੁਆਂਢੀ ਮੁਲਕ ਅਮਰੀਕਾ, ਜਿੱਥੇ ਰਾਸ਼ਟਰਪਤੀ ਅਹੁਦੇ ਦੀ ਪ੍ਰਧਾਨ ਪਦ ਦੀ ਚੋਣ ਹੋਣੀ ਹੈ ਨਵੰਬਰ ਮਹੀਨੇ ਤੈਅ ਹੈ। ਇੱਕ ਪਾਸੇ ਕੋਵਿਡ ਵੀ ਹੈ, ਹੋ ਸਕਦਾ ਕਿ ਲੋਕ ਘਰਾਂ ਦੇ ਵਿੱਚੋਂ ਬਹੁਤੇ ਵੋਟਾਂ ਪਾਉਣ ਵਾਸਤੇ ਨਿਕਲਣ ਨਾ। ਇਸ ਵਾਸਤੇ ਬੈਲਟ ਇਨ ਮੇਲ, ਜਿਹਦੇ ਵਾਸਤੇ ਰਾਸ਼ਟਰਪਤੀ ਟਰੰਪ ਸਾਹਿਬ ਕਹਿੰਦੇ ਆ ਕਿ ਮੈਨੂੰ ਘਪਲਾ ਹੋਣ ਦੀ ਲੱਗਦਾ ਕਿਤੇ ਕਿਤੇ ਗੁੰਜਾਇਸ਼ ਹੈ। ਪਰ ਉਹਨਾਂ ਦੇ ਵਿਰੋਧ ਦੇ ਵਿੱਚ, ਉਹਨਾਂ ਦੇ ਮੁਕਾਬਲੇ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ। ਹੁਣ ਉਹ ਚੋਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਸਾਹਿਬ ਵੀ ਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਵੀ ਲਗਭਗ ਦੋਵੇਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹੈ ਕਿ ਆਪਾਂ ਜਿੱਤ ਦਰਜ ਕਰਨੀ ਹੈ। ਹੁਣ ਰਾਸ਼ਟਰਪਤੀ ਟਰੰਪ ਸਾਹਿਬ ਰਿਪਬਲਿਕਨ ਦੇ ਨੇ ਤੇ ਉਹ ਡੈਮੋਕ੍ਰੈਟਿਕ ਪਾਰਟੀ ਦੇ ਨੇ। ਹੁਣ ਚੋਣ ਮੈਦਾਨ ਦੇ ਵਿੱਚ ਵੋਟਰਾਂ ਨੂੰ ਭਰਮਾਉਣ ਦੀ ਲਗਭਗ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਹਾਲ ਦੀ ਘੜੀ ਲੱਗ ਰਿਹਾ ਹੈ ਕਿ ਮੁਕਾਬਲਾ ਸਖਤ ਹੈ। ਜਿਉਂ-ਜਿਉਂ ਦਿਨ ਨੇੜੇ ਹੁੰਦੇ ਜਾਣਗੇ, ਦੋਵੇਂ ਉਮੀਦਵਾਰ ਹਰ ਇੱਕ ਵੋਟਰ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਗੇ, ਰਿਝਾਉਣ ਦੀ ਕੋਸ਼ਿਸ਼ ਕਰਨਗੇ। ਪਰ ਕਾਮਯਾਬ ਕਿਹੜਾ ਹੁੰਦਾ ਇਹ ਨਤੀਜਾ ਦੱਸੇਗਾ। ਪਰ ਹੁਣ ਬੀਤੇ ਦਿਨੀ ਚੋਣ ਪ੍ਰਚਾਰ ਕਰ ਰਹੇ ਸਨ ਜੋ ਬਾਈਡਨ, ਜਿਹੜੇ ਸਾਬਕਾ ਰਾਸ਼ਟਰਪਤੀ ਨੇ। ਉਹਨਾਂ ਨੇ ਭਾਰਤੀ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ। ਉਹ ਕਹਿੰਦੇ ਜੇ ਮੈਂ ਚੋਣ ਜਿੱਤ ਗਿਆ, ਜੇ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਤਾਂ ਵੀਜ਼ਿਆਂ ਦੇ ਵਿੱਚ ਰਾਹਤ ਦੇ ਦਿਆਂਗਾ। ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ ਜੋ ਬਾਈਡਨ ਸਾਹਿਬ। ਉਹ ਕਹਿੰਦੇ ਤੁਸੀਂ, ਮੈਨੂੰ ਪਤਾ ਹੈ ਭਾਰਤੀ ਲੋਕ ਬੜੀ ਸਖਤ ਮਿਹਨਤ ਕਰਨ ਵਾਲੇ ਲੋਕ ਨੇ, ਉਦਮੀ ਲੋਕ ਨੇ, ਜਿਹੜੇ ਮੁਲਕ ਵਿੱਚ ਵੀ ਗਏ ਨੇ ਝੰਡੇ ਝੁਲਾਏ ਹੈ। ਕਹਿੰਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ, ਆਰਥਿਕ ਵਿਕਾਸ ਦੇ ਵਿੱਚ ਭਾਰਤੀਆਂ ਦਾ, ਉਦਮੀਆਂ ਦਾ, ਹਾਰਡ ਵਰਕਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਹਿੰਦੇ ਇਸ ਦੇਸ਼ ਦੇ ਵਿੱਚ ਸੱਭਿਆਚਾਰਕ ਗਤੀਸ਼ੀਲਤਾ ਲਿਆਉਣ ਦੇ ਵਿੱਚ ਜਿਹੜੀ ਭਾਰਤੀਆਂ ਨੇ ਸਹਾਇਤਾ ਕੀਤੀ ਆ, ਉਹਨਾਂ ਨੂੰ ਮੈਂ ਅੱਖੋਂ ਪਰੋਖੇ ਨਹੀਂ ਕਰ ਸਕਦਾ। ਇਸ ਕਰਕੇ ਜੇਕਰ ਮੈਂ ਜਿੱਤਦਾ ਤਾਂ ਜਿਹੜੇ ਵੀਜ਼ਿਆਂ ਦੇ ਉੱਤੇ H1B ਵੀਜ਼ਾ ਜਾਂ ਹੋਰ ਕੋਈ ਵੀਜ਼ੇ ਨੇ ਜਿਨ੍ਹਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਸਾਹਿਬ ਨੇ ਰੋਕਾਂ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਪਹਿਲਾਂ ਤਾਂ ਉਹ ਚੁੱਕ ਦਿਆਂਗਾ। ਦੂਸਰਾ, ਉਹ ਕਹਿੰਦੇ ਜਿਹੜੇ ਟਰੰਪ ਪ੍ਰਸ਼ਾਸਨ ਨੇ ਅੱਜ ਤੱਕ ਜਿੰਨੇ ਵੀ ਗਲਤ ਫੈਸਲੇ ਲਏ ਹੈ, ਸਾਰਿਆਂ ਦੇ ਉੱਤੇ ਕਾਟੇ ਮਾਰ ਦਿਆਂਗਾ। ਅਗਲੀ ਗੱਲ ਕਹਿੰਦੇ ਇਹ ਵੀ ਕਰ ਦਿਆਂਗਾ ਕਿ ਕੋਈ ਵੀ ਭਾਵੇਂ ਰਾਸ਼ਟਰਪਤੀ ਬਣ ਕੇ ਆਵੇ, ਇਸ ਤਰ੍ਹਾਂ ਦੇ ਕਾਨੂੰਨ ਪਾਸ ਕਰ ਦਿਆਂਗਾ ਕਿ ਆਮ ਲੋਕਾਂ ਦੇ ਨਾਲ, ਖਾਸ ਕਰਕੇ ਪ੍ਰਵਾਸੀਆਂ ਨਾਲ ਕਿਸੇ ਵੀ ਮਸਲੇ ਤੇ ਧੱਕਾ ਨਾ ਹੋਵੇ। ਦੇਖੋ ਹੁਣ ਜਿੱਤ ਜੋ ਬਾਈਡਨ ਸਾਹਿਬ ਦੀ ਹੁੰਦੀ ਹੈ ਜਾਂ ਫਿਰ ਇੱਕ ਵਾਰੀ ਹੋਰ ਰਾਸ਼ਟਰਪਤੀ ਟਰੰਪ ਸਾਹਿਬ ਆਪਣੀ ਜਿੱਤ ਦਰਜ ਕਰਦੇ ਆ, ਇਹ ਫੈਸਲਾ ਅਮਰੀਕਾ ਦੇ ਵੋਟਰਾਂ ਦੇ ਹੱਥ ਵਿੱਚ ਹੈ। ਦੋਸਤੋ, ਰੋਜ਼ਾਨਾ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲਗਭਗ ਦੁਨੀਆ ਵਿੱਚ ਜਿੱਥੇ ਕਿਤੇ ਪੰਜਾਬੀ ਜਾਂ ਭਾਰਤੀ ਗਏ ਹੈ,
ਉਹਨਾਂ ਨੇ ਭਾਵੇਂ ਕੋਈ ਚੰਗਾ ਕੰਮ ਕੀਤਾ ਹੋਵੇ, ਭਾਵੇਂ ਕੋਈ ਮਾੜਾ ਕੰਮ ਕੀਤਾ ਹੋਵੇ, ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂ। ਅੱਜ ਇਟਲੀ ਵਾਲੇ ਪਾਸੋਂ ਇੱਕ ਬਹੁਤ ਖੂਬਸੂਰਤ ਖਬਰ ਮਿਲ ਰਹੀ ਹੈ। ਇਟਲੀ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਨੇ ਇਤਿਹਾਸ ਰਚਿਆ। ਇਟਲੀ ਦੇ ਜ਼ਿਲ੍ਹਾ ਵਿਸੈਂਸਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੋਣਾਂ ਹੋਈਆਂ ਨੇ। ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਕਮਲਜੀਤ ਸਿੰਘ ਹੋਰਾਂ ਨੇ ਇਤਿਹਾਸ ਸਿਰਜ ਦਿੱਤਾ। ਦੱਸਣਾ ਬਣਦਾ ਕਿ ਕਮਲਜੀਤ ਸਿੰਘ ਗੱਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸੀ, ਜਿਨ੍ਹਾਂ ਦੀ ਇਤਿਹਾਸਕ ਜਿੱਤ ਦਾ ਮੈਂ ਤੁਹਾਡੇ ਨਾਲ ਦਰਜ ਕਰ ਰਿਹਾ, ਕਿਉਂਕਿ ਇਟਲੀ ਦੇ ਵਿੱਚ ਪੰਜਾਬੀ ਭਾਈਚਾਰੇ ਵਿੱਚ ਵੀ ਤੇ ਭਾਰਤੀ ਭਾਈਚਾਰੇ ਵਿੱਚ ਵੀ ਤੇ ਘੱਟ ਗਿਣਤੀਆਂ ਵਿੱਚ ਵੀ ਇਹਨਾਂ ਦੀ ਜਿੱਤ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ। ਕਿਉਂਕਿ ਇਟਲੀ ਵਰਗੇ ਮੁਲਕ ਦੇ ਵਿੱਚ, ਕਿਸੇ ਬੇਗਾਨੇ ਮੁਲਕ ਦੇ ਵਿੱਚ, ਕਿਸੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਨੌਜਵਾਨ ਦੀ ਨਗਰ ਨਿਗਮ ਚੋਣਾਂ ਵਿੱਚ ਜਿੱਤ ਇਟਲੀ ਦੀ ਸਿਆਸਤ ਵਿੱਚ ਪੰਜਾਬੀਆਂ ਦੇ ਆਉਣ ਵਾਲੇ ਭਵਿੱਖ ਨੂੰ ਤੈਅ ਕਰੇਗੀ। ਕਿਉਂਕਿ ਆਮ ਤੌਰ ਤੇ ਵੇਖਦੇ ਹਾਂ ਕਿ ਜਦੋਂ ਕੋਈ ਵੀ ਵਿਅਕਤੀ ਕਹਿੰਦੇ ਮੈਂਬਰ ਪਾਰਲੀਮੈਂਟ ਜਿੱਤਣਾ ਸੁਖਾਲਾ ਹੈ, ਉਹਦੇ ਨਾਲੋਂ ਔਖਾ MLA ਦੀ ਚੋਣ ਜਿੱਤਣੀ ਹੈ, ਉਹਦੇ ਨਾਲੋਂ ਔਖੀ ਚੋਣ ਪਿੰਡ ਦੀ ਸਰਪੰਚੀ ਲੈਣੀ ਹੈ। ਇਹ ਪਿੰਡ ਦੀ ਪੰਚੀ ਤੇ ਸਰਪੰਚੀ ਹੈ, ਕਿਉਂਕਿ ਬਹੁਤ ਨਿੱਜੀ ਤੌਰ ਤੇ ਜਾ ਕੇ ਲੋਕ ਵੋਟ ਪਾਉਣ ਵਾਲੇ ਫੈਸਲੇ ਕਰਦੇ ਆ। ਪਰ ਕਮਲਜੀਤ ਸਿੰਘ ਹੋਰਾਂ ਨੇ ਇਹ ਇਤਿਹਾਸ ਸਿਰਜ ਦਿੱਤਾ ਹੈ। ਤੇ ਕਮਲਜੀਤ ਸਿੰਘ ਦੱਸਣਾ ਬਣਦਾ ਕਿ ਭੋਗਪੁਰ ਦਾ ਨੇੜਲਾ ਪਿੰਡ ਪੈਂਦਾ ਗੰਗਣਵਾਲ। ਗੰਗਣਵਾਲ ਪਿੰਡ ਨਾਲ ਸੰਬੰਧਿਤ ਨੇ, ਜਿਸ ਕਰਕੇ ਉਹਨਾਂ ਦੀ ਜਿੱਤ ਤੋਂ ਬਾਅਦ ਇੱਕ ਪੰਜਾਬੀ, ਇੱਕ ਸਿੱਖ, ਇੱਕ ਦਸਤਾਰਧਾਰੀ ਵਿਅਕਤੀ ਨੇ ਸਾਰੇ ਸਮੁੱਚੇ ਭਾਈਚਾਰੇ ਦਾ, ਪੰਜਾਬੀਆਂ ਦਾ ਇਟਲੀ ਦੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਕੇ ਮਾਣ ਵਧਾ ਦਿੱਤਾ ਹੈ। ਜਿੱਥੇ ਦੋਸਤੋ ਇਹ ਇੱਕ ਚੰਗੀ ਖਬਰ ਸੀ ਇਟਲੀ ਵਾਲੇ ਪਾਸਿਓਂ ਮਿਲੀ, ਹੁਣ ਖਬਰ ਤਾਂ ਖਬਰ ਹੈ। ਅਗਲੀ ਖਬਰ ਜਿਹੜੀ ਮਿਲ ਰਹੀ ਹੈ ਉਹ ਪਾਕਿਸਤਾਨ ਦੇ ਵਿੱਚੋਂ ਮਿਲ ਰਹੀ ਹੈ। ਅਣਖ ਦੇ ਨਾਂ ਤੇ, ਇੱਜ਼ਤ ਦੇ ਨਾਂ ਤੇ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਬਹੁਤ ਸਾਰੇ ਲੋਕ ਕਤਲ ਕਰਦੇ ਆ। ਪਾਕਿਸਤਾਨ ਦੇ ਵਿੱਚੋਂ ਜਿਹੜੀ ਖਬਰ ਮਿਲੀ, ਪਰ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਤੇ ਅਜੀਬ ਹੈ। ਇੱਕ 10 ਵਰ੍ਹਿਆਂ ਦੇ ਬਾਲ ਨੇ, ਜਿਹੜਾ ਹਾਲੇ ਖੇਡਣ ਦੀ ਉਮਰ ਹੈ ਜਿਹਦੀ, ਉਹਨੇ ਇੱਕ 30 ਵਰ੍ਹਿਆਂ ਦੀ ਔਰਤ ਨੂੰ ਗੋਲੀ ਮਾਰੀ ਹੈ। ਇਹ ਗੋਲੀ ਪਾਕਿਸਤਾਨ ਦੇ ਪੰਜਾਬ ਸੂਬੇ 'ਚ, ਜਾਂ ਮੈਂ ਇਹ ਆਖ ਸਕਦਾ ਕਿ ਲਹਿੰਦੇ ਪੰਜਾਬ ਦੇ ਵਿੱਚ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਇਸ 9-10 ਸਾਲਾਂ ਦੇ ਬੱਚੇ ਨੇ ਆਪਣੀਆਂ ਹੀ, ਕਿਸੇ ਗੈਰ ਨੂੰ ਨਹੀਂ, ਰਿਸ਼ਤੇਦਾਰ ਔਰਤ ਦੇ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਇਹ ਵੀ ਖਬਰ ਮਿਲ ਰਹੀ ਹੈ ਕਿ ਇਹ ਕਿਸੇ ਹੋਰ ਦੇ ਇਸ਼ਾਰੇ ਤੇ ਨਹੀਂ, ਬੱਚੇ ਦੇ ਖੁਦ ਪਰਿਵਾਰ ਨੇ ਉਸ ਨੂੰ ਇਹ ਅਪਰਾਧ ਕਰਨ ਵਾਸਤੇ ਆਖਿਆ ਸੀ। ਇਹ ਆਪਣੇ ਆਪ ਦੇ ਵਿੱਚ ਬਹੁਤ ਮੰਦਭਾਗੀ ਗੱਲ ਹੈ। ਇਹ ਜਾਣਕਾਰੀ ਕਿਸੇ ਐਰੇ ਗੈਰੇ ਵਿਅਕਤੀ ਨੇ ਨਹੀਂ ਦਿੱਤੀ, ਇਹ ਜਾਣਕਾਰੀ ਖੁਦ ਪਾਕਿਸਤਾਨ ਦੀ ਪੁਲਿਸ ਨੇ ਦਿੱਤੀ ਹੈ। ਪੁਲਿਸ ਦੱਸ ਰਹੀ ਹੈ ਕਿ ਕੱਲ ਮੰਗਲਵਾਰ ਵਾਲੇ ਦਿਨ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ਤੇ ਸਰਗੋਧਾ ਦੇ ਨੇੜੇ ਚੱਕ 104 SB ਪਿੰਡ ਦੇ ਵਿੱਚ ਇਹ ਦੁਰਘਟਨਾ ਵਾਪਰੀ ਹੈ। ਪੁਲਿਸ ਦੀ ਦਿੱਤੀ ਜਾਣਕਾਰੀ ਦੇ ਅਨੁਸਾਰ ਬੱਚੇ ਨੂੰ ਉਸਦੇ ਪਰਿਵਾਰ ਨੇ ਉਸਦੀ ਰਿਸ਼ਤੇਦਾਰ ਦਾ ਕਤਲ ਕਰਨ ਵਾਸਤੇ ਇੱਕ ਹਥਿਆਰ ਵੀ ਦਿੱਤਾ ਤੇ ਪਹਿਲਾਂ ਹਥਿਆਰ ਚਲਾਉਣਾ ਸਿਖਾਇਆ ਵੀ। ਪੁਲਿਸ ਨੇ ਦੱਸਿਆ ਕਿ 30 ਸਾਲਾਂ ਦੀ ਇਹ ਔਰਤ ਲਗਭਗ 10 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਆਪਣੇ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਆਖਰਕਾਰ ਫੇਰ ਇਸ ਔਰਤ ਨੇ ਵਿਆਹ ਕਰਵਾ ਲਿਆ ਸੀ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿੱਚ ਪਰਿਵਾਰ ਨੇ ਉਹਨਾਂ ਦੇ ਵਿਆਹ ਨੂੰ ਸਵੀਕਾਰ ਵੀ ਕਰ ਲਿਆ ਸੀ, ਪਰ ਸ਼ਾਇਦ ਅੰਦਰੋਂ ਅੰਦਰ ਹੀ ਨਹੀਂ ਸਵੀਕਾਰ ਕੀਤਾ ਸੀ, ਲੋਕਾਂ ਨੂੰ ਦਿਖਾਵੇ ਵਾਸਤੇ ਸਵੀਕਾਰ ਕਰ ਲਿਆ ਸੀ। ਹੁਣ ਪੁਲਿਸ ਦੱਸ ਰਹੀ ਹੈ ਕਿ ਝੂਠੀ ਸ਼ਾਨ ਦੇ ਵਾਸਤੇ, ਅਣਖ ਇੱਜ਼ਤ ਦੇ ਵਾਸਤੇ ਇਹ ਛੋਟੇ ਬੱਚੇ ਤੋਂ ਕਤਲ ਕਰਵਾ ਦਿੱਤਾ ਗਿਆ। ਕਿਉਂਕਿ ਇਹ ਤੁਹਾਨੂੰ ਪਤਾ ਹੈ ਕਿ ਜਿਹੜੀ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਹ ਹੋਰ ਹੈ, ਕਿਉਂਕਿ ਜੁਵੇਨਾਈਲ ਹੈ, ਪਰ ਵੱਡਿਆਂ ਨੂੰ ਸਜ਼ਾ ਹੋਰ ਦਿੱਤੀ ਜਾਂਦੀ ਹੈ। ਤੇ ਇਹ ਔਰਤ ਜਿਸ ਦਾ ਕਤਲ ਹੋਇਆ 3 ਬੱਚਿਆਂ ਦੀ ਮਾਂ ਸੀ, ਕਿਸੇ ਇੱਕ ਪਰਿਵਾਰਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਆਈ ਸੀ, ਜਿੱਥੇ ਸਮਾਗਮ ਦੌਰਾਨ ਇਹ 10 ਵਰ੍ਹਿਆਂ ਦੇ ਬੱਚੇ ਨੇ ਉਸ ਔਰਤ ਤੇ ਗੋਲੀ ਮਾਰੀ। ਗੋਲੀ ਮਾਰਨ ਤੋਂ ਬਾਅਦ ਔਰਤ ਦੀ ਮੌਕੇ ਤੇ ਮੌਤ ਹੋ ਗਈ ਤੇ ਘਟਨਾ ਤੋਂ ਬਾਅਦ ਇਹ ਬੱਚਾ ਵੀ, ਉਹਨਾਂ ਦਾ ਪਰਿਵਾਰ ਵੀ ਉਸ ਸਮਾਗਮ ਦੇ ਵਿੱਚੋਂ ਫਰਾਰ ਹੋ ਗਏ। ਪਰ ਲੋਕ ਦੱਸ ਰਹੇ ਕਿ ਹਥਿਆਰ ਵੀ ਉਹਦੇ ਬਾਪ ਨੇ ਫੜਾਇਆ, ਚਲਾਉਣਾ ਵੀ ਉਹਦੇ ਬਾਪ ਨੇ ਸਿਖਾਇਆ, ਤੇ ਅਜਿਹਾ ਲੱਗ ਰਿਹਾ ਹੈ ਕਿ ਗੋਲੀ ਮਾਰਨ ਲਈ ਵੀ ਉਸ ਵਕਤ ਉਹਦੇ ਬਾਪ ਨੇ ਆਖਿਆ ਸੀ। ਇਸੇ ਕਰਕੇ ਗੋਲੀ ਮਾਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਲੈ ਕੇ ਇਸ ਬੱਚੇ ਸਮੇਤ ਉਹ ਵਿਅਕਤੀ ਫਰਾਰ ਹੋ ਗਿਆ। ਹੁਣ ਅਗਲੀ ਖਬਰ ਜਿਹੜੀ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਹਰ ਇੱਕ ਮੀਡੀਆ ਤੇ ਛਾਈ ਹੋਈ ਹੈ, ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਇਸ ਦੀ ਗੱਲ ਚੱਲ ਰਹੀ ਹੈ ਕਿ ਪੰਜਾਬ ਦਾ, ਭਾਰਤ ਦਾ ਅੰਨਦਾਤਾ ਸੜਕਾਂ ਤੇ ਹੈ ਬਈ। ਖੇਤਾਂ 'ਚ ਹੋਣਾ ਚਾਹੀਦਾ ਸੀ, ਆਪਣੇ ਘਰ 'ਚ ਹੋਣਾ ਚਾਹੀਦਾ ਸੀ,
ਪਰ ਉਸ ਨੂੰ ਸੜਕਾਂ ਤੇ ਆਉਣ ਵਾਸਤੇ ਮਜਬੂਰ ਭਾਰਤ ਦੀ ਮੋਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਕਰ ਦਿੱਤਾ। ਕਿਸਾਨ ਬਿੱਲਾਂ ਦੇ ਮੁੱਦੇ ਤੇ ਲਗਭਗ ਹਰ ਇੱਕ ਵਿਅਕਤੀ, ਹਰ ਇੱਕ ਸੰਗਠਨ ਸੜਕਾਂ ਦੇ ਉੱਤੇ ਹੈ। ਪਹਿਲਾਂ ਤਾਂ ਇਹ ਆਖਿਆ ਜਾ ਰਿਹਾ ਸੀ ਕਿ ਸ਼ਾਇਦ ਪੰਜਾਬ ਦੇ, ਸ਼ਾਇਦ ਥੋੜ੍ਹੇ ਬਹੁਤੇ ਯੂਪੀ ਦੇ, ਸ਼ਾਇਦ ਥੋੜ੍ਹੇ ਬਹੁਤੇ ਹਰਿਆਣੇ ਦੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਦਲ ਨੇ, ਛੋਟੀਆਂ ਪਾਰਟੀਆਂ ਨੇ, ਸ਼ਾਇਦ ਉਹ ਵਿਰੋਧ ਕਰਨਗੀਆਂ। ਪਰ ਹੁਣ ਖਬਰ ਮਿਲ ਰਹੀ ਹੈ ਕਿ ਇਕੱਲੇ ਪੰਜਾਬ, ਹਰਿਆਣੇ, ਯੂਪੀ ਜਾਂ ਰਾਜਸਥਾਨ ਦੀ ਗੱਲ ਨਹੀਂ ਰਹੇਗੀ। ਲਗਭਗ ਸਮੁੱਚੇ ਭਾਰਤ ਦੇ ਵਿੱਚ 250 ਦੇ ਕਰੀਬ ਸੰਗਠਨ ਨੇ ਜਿਹੜੇ 25 ਸਤੰਬਰ ਨੂੰ ਮੁਲਕ ਵਿਆਪੀ ਬੰਦ ਨੂੰ ਸਫਲ ਕਰਵਾਉਣ ਵਾਸਤੇ ਕਮਰ ਕੱਸੇ ਕਰ ਚੁੱਕੇ ਆ। ਬਹੁਤ ਸਾਰੇ ਸੂਬੇ ਨੇ, ਇਹਨਾਂ ਕਿਸਾਨਾਂ ਨੇ ਇਹਨਾਂ ਬਿੱਲਾਂ ਨੂੰ ਲੈ ਕੇ ਬਹੁਤ ਵੱਡਾ ਰੋਸ ਪ੍ਰਗਟਾਇਆ। ਇਸ ਰੋਸ ਨੂੰ ਵੇਖਦਿਆਂ ਕੇਂਦਰ ਤੇ ਰਾਜ ਸਰਕਾਰਾਂ ਵੱਡੇ ਪੱਧਰ ਤੇ ਪੁਲਿਸ ਤੇ ਪ੍ਰਬੰਧ ਭਾਵੇਂ ਕਰ ਰਹੀਆਂ ਨੇ, ਪਰ ਕਿਸਾਨ ਦੇ ਨੇਤਾ ਨੇ ਨਾ, ਜਿਹੜੇ ਨੇਤਾਵਾਂ ਨੇ ਆਖ ਦਿੱਤਾ ਕਿ ਇਸ ਪੁਲਿਸ ਪ੍ਰਬੰਧ ਵਿਚਾਲੇ ਰਾਸ਼ਟਰੀ ਰਾਜਮਾਰਗ ਵੀ ਰੋਕਾਂਗੇ, ਰੇਲਾਂ ਦੇ ਰੂਟ ਵੀ ਜਾਮ ਕਰਾਂਗੇ। ਜੇ ਸਾਨੂੰ ਰੋਕ ਸਕਦੇ ਨੇ ਤਾਂ ਰੋਕ ਲੈਣ, ਪਰ ਅਸੀਂ ਰੁਕਣਾ ਨਹੀਂ। ਅਸੀਂ ਵੈਸੇ ਵੀ ਤਾਂ ਮਰੇ ਹੀ ਰਹੇ ਹਾਂ, ਜੇ ਗੋਲੀ ਦਾ ਸ਼ਿਕਾਰ ਹੋ ਕੇ ਮਰ ਜਾਵਾਂਗੇ, ਕਹਿੰਦੇ ਆਰ ਪਾਰ ਦੀ ਲੜਾਈ ਲੜਾਂਗੇ। ਜੇਕਰ ਕਹਿੰਦੇ ਸਰਕਾਰ ਸਾਨੂੰ ਰੋਕੂਗੀ ਤਾਂ ਰੋਕ ਕੇ ਵੇਖੇ। ਉਹ ਕਹਿੰਦੇ ਅਸੀਂ ਹੁਣ ਸਾਡੇ ਤੇ ਜ਼ੋਰ ਇਸਤੇਮਾਲ ਕਰਨਾ ਹੈ, ਜਿਹੜੇ ਕਰ ਲੈਣ, ਪਰ ਜਿਹੜਾ ਅਸੀਂ ਕਦਮ ਚੁੱਕ ਲਿਆ ਨਾ, ਉਹਨੂੰ ਅਸੀਂ ਪਿੱਛੇ ਨਹੀਂ ਪੁੱਟਣਾ। ਤੇ ਕੇਂਦਰ ਤੇ ਸੰਬੰਧਿਤ ਰਾਜ ਸਰਕਾਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਖਮਿਆਜਾ ਤੁਹਾਨੂੰ ਵੱਡੇ ਪੱਧਰ ਤੇ ਭੁਗਤਣਾ ਪਏਗਾ। ਹੁਣ ਕਿਸਾਨ ਸੰਗਠਨ ਨੇ ਪੂਰੇ ਭਾਰਤ ਦੇ ਵਿੱਚ ਸੰਪੂਰਨ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ, ਜਿਸ ਨੂੰ AIKSCC ਆਖਿਆ ਜਾਂਦਾ ਹੈ, ਉਹਦੇ ਕਨਵੀਨਰ ਨੇ ਸਰਦਾਰ VM ਸਿੰਘ। ਉਹ ਕਹਿੰਦੇ ਪਹਿਲਾਂ ਕੁਝ ਲੋਕਾਂ ਨੇ ਇਹ ਖਬਰਾਂ ਫੈਲਾਈਆਂ ਕਿ ਇਹ ਅੰਦੋਲਨ ਬਸ 3-4 ਸੂਬਿਆਂ 'ਚ ਹੈ, ਪਰ ਕਹਿੰਦੇ 25 ਸਤੰਬਰ ਨੂੰ ਪਤਾ ਲੱਗ ਜੂ ਕਿ ਸਿਰਫ 3-4 ਸੂਬਿਆਂ 'ਚ ਹੈ ਜਾਂ ਸਮੁੱਚੇ ਭਾਰਤ 'ਚ ਹੈ। ਉਹ ਕਹਿੰਦੇ ਤਕਰੀਬਨ ਭਾਰਤ ਦੇ ਹਰ ਛੋਟੇ ਵੱਡੇ ਸੂਬੇ ਦੇ ਵਿੱਚ, ਹਰ ਸ਼ਹਿਰ, ਹਰ ਪਿੰਡ ਦੇ ਵਿੱਚ ਪ੍ਰਦਰਸ਼ਨ ਹੋਊ। ਤੇ ਇਹ ਪ੍ਰਦਰਸ਼ਨ ਪੂਰੇ ਭਾਰਤ ਨੂੰ ਬੰਦ ਕਰਕੇ ਰੱਖ ਦੋ, ਠੱਪ ਕਰਕੇ ਰੱਖ ਦੋ। ਉਹ ਕਹਿੰਦੇ ਕਿਸਾਨ ਆਪਣੇ ਨਾਲ ਧੱਕਾ ਨਹੀਂ ਸਹਿ ਸਕਦੇ। ਕਿਸਾਨ ਵਿਰੋਧੀ ਨੀਤੀਆਂ ਦਾ ਸਰਕਾਰ ਦੀ ਜ਼ੁਬਾਨ ਦੇ ਵਿੱਚ, ਉਸੇ ਭਾਸ਼ਾ ਦੇ ਵਿੱਚ ਅਸੀਂ ਜਵਾਬ ਦੇਵਾਂਗੇ। ਕਿਸਾਨਾਂ ਦੀਆਂ ਸਮੱਸਿਆਵਾਂ ਚੁੱਕਣ ਵਾਲੇ ਕਹਿੰਦੇ ਲਗਭਗ 250 ਸੰਗਠਨ ਨੇ, ਸਾਰੇ ਆਪੋ ਆਪਣੇ ਤਰੀਕੇ ਨਾਲ ਆ 25 ਸਤੰਬਰ ਦਾ ਜਿਹੜਾ ਬੰਦ ਹੈ ਭਾਰਤ ਦੇ ਐਨ ਸਮੁੱਚੇ ਭਾਰਤ ਦੇ ਵਿੱਚ, ਜਿਹਦਾ ਅਸਰ ਕਹਿੰਦੇ ਅੱਜ ਗੱਲਾਂ 'ਚ ਨਹੀਂ, ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂ ਕਿ ਸਾਰੇ ਕਿਸਾਨ ਸੱਚਮੁੱਚ ਇਕਮੁੱਠ ਹਨ ਜਾਂ ਨਹੀਂ। ਹੁਣ ਪੰਜਾਬ 'ਚ, ਹਰਿਆਣੇ 'ਚ, ਮੱਧ ਪ੍ਰਦੇਸ਼ 'ਚ, ਛੱਤੀਸਗੜ੍ਹ 'ਚ, ਤੇਲੰਗਾਨਾ 'ਚ, ਮਹਾਰਾਸ਼ਟਰ, ਯੂਪੀ 'ਚ, ਲਗਭਗ ਹਰ ਸੂਬੇ ਦੇ ਵਿੱਚ ਸਾਰੇ ਦੇ ਸਾਰੇ ਕਿਸਾਨ ਇਸ ਵਕਤ ਸੜਕਾਂ ਤੇ ਆ ਗਏ ਆ। ਉਹ ਕਹਿੰਦੇ ਭਾਈ ਆਹ ਜਿਹੜੇ ਤੁਸੀਂ ਦੱਸ ਰਹੇ ਹੋ ਨਾ, ਜਿਹੜੇ ਅਸੀਂ 3 ਬਿੱਲ ਪਾਸ ਕਰ ਦਿੱਤੇ ਆ, ਇਹਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ। ਤੁਸੀਂ ਵੱਡੀਆਂ ਪਾਰਟੀਆਂ ਤੇ ਨਿੱਜੀ ਕੰਪਨੀ ਨੂੰ ਲਾਭ ਦੇਣਾ ਚਾਹੁੰਦੇ ਹੋ, ਇਸ ਕਰਕੇ ਇਹਦਾ ਵਿਰੋਧ ਜਿੰਨਾ ਵੀ ਹੋ ਸਕਿਆ, ਜਿੱਥੇ ਤੱਕ ਵੀ ਕਰਨਾ ਪਿਆ ਕਰਾਂਗੇ। ਤੇ ਹੁਣ ਖਬਰ ਨਵਜੋਤ ਸਿੱਧੂ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਨਵਜੋਤ ਸਿੱਧੂ ਲਗਭਗ ਬੜਬੋਲਾ ਇੱਕ ਨੇਤਾ ਹੈ, ਪਰ ਪਤਾ ਨਹੀਂ ਕਾਂਗਰਸ ਵਾਲਿਆਂ ਨਾਲ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਮੁੱਖ ਮੰਤਰੀ ਪੰਜਾਬ ਨਾਲ ਬਣਦੀ ਨਹੀਂ। ਜਦੋਂ ਤੋਂ ਕੈਬਨਿਟ ਦੇ ਵਿੱਚੋਂ ਅਸਤੀਫਾ ਦਿੱਤਾ ਤੇ ਲਗਭਗ 14 ਮਹੀਨਿਆਂ ਦੇ ਚੁੱਪ ਵੱਟੀ ਬੈਠੇ ਸੀ। ਹੁਣ 2 ਦਿਨ ਪਹਿਲਾਂ ਉਹਨਾਂ ਨੇ 2 ਟਵੀਟ ਕੀਤੇ ਸੀ, ਪਰ ਹੁਣ ਉਹਨਾਂ ਨੇ ਆਪਣੇ ਚੈਨਲ ਦੇ ਉੱਤੇ ਜਿਹੜਾ ਕੱਲ੍ਹ ਲਲਕਾਰਾ ਮਾਰਿਆ ਨਾ, ਉਹ ਕਹਿੰਦੇ ਆ ਜਿਹੜੇ ਬਿੱਲ ਹੀ ਨਹੀਂ, ਇਹਦੇ ਨਾਲ ਇੱਕ ਜਿਹੜਾ ਇਲੈਕਟ੍ਰੀਸਿਟੀ ਅਮੈਂਡਮੈਂਟ ਡਰਾਫਟ ਬਿੱਲ 2020 ਹੈ ਨਾ, ਉਹ ਇਹਦੇ ਤੋਂ ਵੀ ਘਾਤਕ ਸਿੱਧ ਹੋਊ। ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਨਾ ਨਵਜੋਤ ਸਿੰਘ ਸਿੱਧੂ ਭਾਵੇਂ 14 ਮਹੀਨੇ ਤੋਂ ਚੁੱਪ ਸੀ, ਭਾਵੇਂ ਦੇਰ ਨਾਲ ਆਇਆ, ਪਰ ਦਰੁਸਤ ਆਇਆ, ਖੁੱਲ੍ਹ ਕੇ ਮੈਦਾਨ ਵਿੱਚ ਨਿਤਰਿਆ। ਉਹ ਕਹਿੰਦੇ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰਨਾ ਸੀ, ਉਹਦੇ ਵਿੱਚ ਵੀ ਮੈਂ ਖੁਦ ਸ਼ਾਮਲ ਹੋਇਆ ਤੇ ਆਪਣੇ ਸਮਰਥਕਾਂ ਨਾਲ ਉਹਨਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਕਿਸਾਨੀ ਸਾਡੀ ਪੱਗ ਹੈ, ਕਿਸਾਨਾਂ ਨਾਲ ਸਾਡਾ ਵਜੂਦ ਹੈ। ਕੇਂਦਰ ਸਰਕਾਰ ਨੇ ਕਹਿੰਦੇ ਸਾਡੀ ਪੱਗ ਨੂੰ ਹੱਥ ਪਾ ਲਿਆ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਕੀਤਾ ਹੀ ਨਹੀਂ ਜਾ ਸਕਦਾ। ਉਹ ਕਹਿੰਦੇ ਹੁਣ ਇਹਦਾ ਜਵਾਬ ਦੇਣਾ ਪਊ। ਇਸ ਵਾਸਤੇ ਕਹਿੰਦੇ ਖੁੱਲ੍ਹ ਕੇ ਮੈਦਾਨ 'ਚ ਉਤਰੇ ਆ। ਖੇਤੀ ਬਿੱਲਾਂ ਨੂੰ ਕਾਲਾ ਕਾਨੂੰਨ ਕਿਹਾ ਨਵਜੋਤ ਸਿੱਧੂ ਨੇ। ਉਹ ਕਹਿੰਦੇ ਕੇਂਦਰ ਸਰਕਾਰ ਜਿਹੜਾ ਇਲੈਕਟ੍ਰੀਸਿਟੀ ਬਿੱਲ ਵੀ ਲਿਆ ਰਹੀ ਹੈ ਨਾ, ਇਹ ਬਿੱਲ ਸਾਰੀ ਤਾਕਤ ਕੇਂਦਰ ਦੇ ਹੱਥਾਂ 'ਚ ਦੇ ਦੇਗੀ। ਅਸਲ ਦੇ ਵਿੱਚ ਉਹ ਕਿਸੇ ਪਾਰਟੀ ਜਾਂ ਧਿਰ ਦੀ ਕਹਿੰਦੇ ਗੱਲ ਨਹੀਂ, ਅਸੀਂ ਆਪਣੇ ਵਜੂਦ ਦੀ ਗੱਲ ਕਰਨਾ ਹੈ, ਆਪਣੇ ਪੱਗ ਦੀ ਗੱਲ ਕਰਨਾ ਹੈ। ਪੰਜਾਬ ਦੇ ਸਾਰੇ ਵਿਧਾਇਕ ਕਹਿੰਦੇ ਭਾਵੇਂ ਕੋਈ ਪਾਰਟੀ ਹੋਵੇ, ਛੋਟੀ ਹੋਵੇ ਵੱਡੀ ਹੋਵੇ, ਸਾਬਕਾ ਹੋਵੇ ਮੌਜੂਦਾ ਹੋਵੇ, ਇਹਨਾਂ ਬਿੱਲਾਂ ਦੇ ਵਿਰੋਧ ਦੇ ਵਾਸਤੇ ਇਕੱਠੇ ਹੋ ਜਾਣ। ਜੇ ਜਵਾਨ ਨੂੰ ਬਚਾਉਣਾ ਹੈ, ਜੇ ਕਿਸਾਨ ਨੂੰ ਬਚਾਉਣਾ ਹੈ। ਨਵਜੋਤ ਸਿੰਘ ਸਿੱਧੂ ਤਾਂ ਇੱਥੋਂ ਤੱਕ ਆ ਗਏ
ਕਹਿੰਦੇ ਆਖਰੀ ਸਾਹ ਤੱਕ ਇਹਨਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਬਿੱਲਾਂ ਦਾ ਮੈਂ ਵਿਰੋਧ ਕਰਦਾ ਰਹਾਂਗਾ। ਚੰਗੀ ਗੱਲ ਹੈ, ਭਾਵੇਂ 14 ਮਹੀਨਿਆਂ ਬਾਅਦ ਬੋਲਿਆ, ਪਰ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਸਮਝਾ ਗਏ, ਮੈਨੂੰ ਲੱਗਦਾ ਹੈ ਸੁਖਬੀਰ ਬਾਦਲ ਹੋਰੀ ਵੀ ਕਹੀ ਜਾਂਦੇ ਆ ਕਿ ਅਸੀਂ ਸਮਝਾਵਾਂਗੇ, ਅਸੀਂ ਪਿੰਡ ਪਿੰਡ ਜਾਵਾਂਗੇ। ਭਾਜਪਾ ਵਾਲੇ ਵੀ ਕਹੀ ਜਾਂਦੇ ਆ ਪਿੰਡ ਪਿੰਡ ਜਾਵਾਂਗੇ। ਉਹ ਕਦੋਂ ਜਾਓਗੇ? ਸੱਪ ਲੰਘ ਰਿਹਾ, ਤੁਸੀਂ ਲਕੀਰ ਨੂੰ ਕੁੱਟੋਗੇ ਪਿੱਟੋਗੇ। ਇਹਦੇ ਨਾਲ ਇੱਕ ਹੋਰ ਖਬਰ, ਬਹੁਤ ਅਹਿਮ ਖਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਖਬਰ ਇਹ ਹੈ ਕਿ ਆਮ ਤੌਰ ਤੇ ਦੇਖਦੇ ਹਾਂ ਕਿ ਵਿਰੋਧੀ ਪਾਰਟੀਆਂ ਇੱਕ ਦੂਸਰੇ ਦੀ ਵਿਰੋਧਤਾ ਕਰਦੀਆਂ ਨੇ, ਪਰ ਹੁਣ ਇੱਕ ਗੱਲ ਚੰਗੀ ਹੋਈ ਹੈ, ਜਿਵੇਂ ਨਵਜੋਤ ਸਿੱਧੂ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਓ ਇਕੱਠੇ ਹੋਈਏ। ਹੁਣ ਕਾਂਗਰਸ ਅਤੇ ਭਗਵੰਤ ਮਾਨ ਵੀ ਲਗਭਗ ਇਸ ਮੁੱਦੇ ਤੇ ਇੱਕਮਿਕ ਹੋ ਗਏ ਹੈ। ਕੈਬਨਿਟ ਮੰਤਰੀ ਪੰਜਾਬ ਸੰਗਰੂਰ ਤੋਂ ਵਿਧਾਇਕ ਵਿਜੇ ਇੰਦਰ ਸਿੰਗਲਾ, ਉਹਨਾਂ ਦੇ ਸੱਦੇ ਤੇ ਬਹੁਤ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੀਆਂ ਮੋਦੀ ਸਰਕਾਰ ਵੱਲੋਂ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਪਾਸ ਕੀਤੇ ਗਏ ਇਹ ਪੰਜਾਬ ਮਾਰੂ, ਇਹ ਕਿਸਾਨ ਮਾਰੂ, ਇਹ ਖੇਤੀ ਬਿੱਲਾਂ ਨੂੰ ਰੱਦ ਕਰਨ ਵਾਸਤੇ ਉਹਨਾਂ ਨੇ ਕਵਾਇਦ ਸ਼ੁਰੂ ਕੀਤੀ ਹੈ ਕਿ ਆਓ ਆਪਾਂ ਇਹਨਾਂ ਬਿੱਲਾਂ ਦੇ ਖਿਲਾਫ ਮਤੇ ਪਾਈਏ। ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕਿਸਾਨ ਵੀ, ਆੜ੍ਹਤੀਆ ਵੀ, ਮਜ਼ਦੂਰ ਵੀ ਇਹਨਾਂ ਆਰਡੀਨੈਂਸਾਂ ਦੇ ਨਾਲ ਮਰ ਜਾਣਗੇ ਜੇਕਰ ਇਹਨਾਂ ਦਾ ਲਗਾਤਾਰ ਵਿਰੋਧ ਨਾ ਕੀਤਾ। ਹੁਣ ਪੰਚਾਇਤ ਦੇ ਨੁਮਾਇੰਦਿਆਂ ਦਾ ਪਿੰਡਾਂ ਦੇ ਮੋਹਤਵਰਾਂ ਨਾਲ ਉਹਨਾਂ ਨੇ ਫੋਨਾਂ ਦੇ ਉੱਤੇ, WhatsApp ਦੇ ਉੱਤੇ ਇੱਕ ਗਰੁੱਪ ਬਣਾ ਲਏ ਨੇ ਤੇ ਇੱਕ ਦੂਸਰੇ ਨਾਲ ਉਹ ਰਾਬਤੇ ਕਾਇਮ ਕਰ ਰਹੇ ਹੈ ਤਾਂ ਕਿ ਇਹਨਾਂ ਕਾਲੇ ਬਿੱਲਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਸਕੇ। ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਇਸੇ ਲੜੀ ਦੇ ਤਹਿਤ ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਨੂੰ, ਜਵਾਨੀ ਨੂੰ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ ਬਰਬਾਦ ਕਰਨ ਵਾਸਤੇ ਇਹ ਲਿਆਂਦੇ ਬਿੱਲਾਂ ਨੂੰ ਰੱਦ ਕਰਨ ਵਾਸਤੇ, ਮਤੇ ਪਵਾਉਣ ਦੇ ਵਾਸਤੇ ਗ੍ਰਾਮ ਪੰਚਾਇਤਾਂ ਨੂੰ ਬੁਲਾਉਣ ਵਾਸਤੇ ਤਿਆਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ। ਤੇ ਵਿਜੇ ਇੰਦਰ ਸਿੰਗਲਾ ਸੰਗਰੂਰ ਨਾਲ ਸੰਬੰਧਿਤ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਸੰਗਰੂਰ ਤੋਂ ਹੀ ਮੈਂਬਰ ਪਾਰਲੀਮੈਂਟ ਜਿਹੜੇ ਆਮ ਆਦਮੀ ਪਾਰਟੀ ਦੇ ਭਾਰਤ ਵਿੱਚ ਇੱਕੋ ਇੱਕ ਮੈਂਬਰ ਪਾਰਲੀਮੈਂਟ ਨੇ, ਭਗਵੰਤ ਮਾਨ ਚੰਗੇ ਬੁਲਾਰੇ ਹੈ, ਕਹਿੰਦੇ ਉਹਨਾਂ ਨੇ ਵੀ ਗ੍ਰਾਮ ਪੰਚਾਇਤਾਂ ਦੇ ਰਾਹੀਂ ਅਜਿਹੇ ਮਤੇ ਪਾਸ ਕਰਵਾਉਣ ਦੇ ਵਾਸਤੇ ਕਾਂਗਰਸ ਪਾਰਟੀ ਦੀ ਇਸ ਮੁਹਿੰਮ ਨਾਲ ਜੁੜਨ ਵਾਸਤੇ ਆਪਣਾ ਹੱਦਾ ਨਾਰਾ ਮਾਰ ਦਿੱਤਾ। ਵਿਜੇ ਇੰਦਰ ਸਿੰਗਲਾ ਨੇ ਇਹ ਕਿਹਾ ਕਿ ਜੇ ਭਗਵੰਤ ਮਾਨ ਜੁੜ ਸਕਦੇ ਆ, ਕਿਉਂਕਿ ਇਹ ਮੁੱਦਾ ਕਿਸੇ ਪਾਰਟੀ ਦਾ ਨਹੀਂ, ਇਹ ਕਿਸੇ ਸਿਆਸੀ ਧਿਰ ਦਾ ਨਹੀਂ, ਇਹ ਮੁੱਦਾ ਕਿਸਾਨਾਂ ਦਾ ਹੈ, ਇਹ ਮੁੱਦਾ ਮਜ਼ਦੂਰਾਂ ਦਾ ਹੈ, ਇਹ ਮੁੱਦਾ ਲੋਕਾਂ ਦਾ ਹੈ। ਇਸ ਵਾਸਤੇ ਉਹ ਕਹਿੰਦੇ ਸਾਰੀਆਂ ਸਿਆਸੀ ਧਿਰਾਂ ਨੂੰ, ਸਾਰੇ ਸਿਆਸੀ ਆਗੂਆਂ ਨੂੰ ਰਾਜਨੀਤਿਕ ਵਖਰੇਵੇਂ ਭੁਲਾ ਕੇ, ਇਹਨਾਂ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਹਨਾਂ ਕਾਲੇ ਬਿੱਲਾਂ ਦਾ ਵਿਰੋਧ ਕਰਨ ਵਾਸਤੇ ਡਟਣਾ ਚਾਹੀਦਾ। ਉਹਨਾਂ ਸਾਰੇ ਆਗੂਆਂ ਨੂੰ ਕਿਹਾ ਕਿ ਆਓ ਆਪੋ ਆਪਣੇ ਇਲਾਕਿਆਂ ਵਿੱਚ, ਆਪੋ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਚੱਲੀਏ, ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ। ਭਾਵੇਂ ਸਾਡੀ ਪਾਰਟੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ, ਆਓ ਆਪਾਂ ਸਾਰੇ ਇੱਕ ਦੂਸਰੇ ਦਾ ਸਮਰਥਨ ਕਰਦੇ ਹੋਏ ਪੰਜਾਬ ਵਿੱਚ ਵੀ ਤੇ ਹੋਰਨਾਂ ਰਾਜਾਂ ਵਿੱਚ ਵੀ, ਕਿਉਂਕਿ ਖੇਤੀ ਪ੍ਰਧਾਨ ਸੂਬੇ ਆ ਬਹੁਤ ਸਾਰੇ, ਲੋਕਾਂ ਨੂੰ ਬਚਾ ਲਈਏ। ਹੁਣ ਵੇਖਦੇ ਹਾਂ ਕਿ ਬਾਕੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਇਸ ਤਰ੍ਹਾਂ ਦੀ ਮੁਹਿੰਮ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਆ ਜਾਂ ਨਹੀਂ ਦਿੰਦੇ। ਪਰ ਇੱਕ ਗੱਲ ਮੰਨਣੀ ਪਊ, ਇਹ ਮੁੱਦਾ ਰਾਜਨੀਤਿਕ ਮੁੱਦਾ ਨਾ ਹੈ, ਨਾ ਬਣਨਾ ਚਾਹੀਦਾ। ਅਗਲੀ ਅਹਿਮ ਖਬਰ ਹੈ, ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ। ਤੁਹਾਡੇ ਨਾਲ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਸੁਮੇਧ ਸੈਣੀ ਨੂੰ ਮੋਹਾਲੀ ਦੇ ਵਸਨੀਕ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ, ਉਹਨਾਂ ਨੂੰ ਅਗਵਾ ਵੀ ਕੀਤਾ ਗਿਆ ਸੀ, ਜ਼ਬਰੀ ਅਗਵਾ ਕੀਤਾ ਗਿਆ ਸੀ, ਭੇਦ ਭਰੀ ਹਾਲਤ ਵਿੱਚ ਲਾਪਤਾ ਕਰ ਦਿੱਤਾ ਗਿਆ ਸੀ, ਉਹਦੇ ਨਾਲ ਨਾਲ ਕਤਲ ਹੋ ਗਏ ਸੀ। ਇਹਨਾਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਸੁਮੇਧ ਸੈਣੀ, ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ। ਪਰ ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਮੋਹਾਲੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਰੱਦ ਕੀਤੀ, ਫਿਰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਰੱਦ ਕੀਤੀ, ਫਿਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਆਦੇਸ਼ ਦਿੱਤੇ ਸੀ ਕਿ ਕੁਝ ਹਫ਼ਤਿਆਂ ਵਾਸਤੇ ਤੁਹਾਡੀ ਗ੍ਰਿਫਤਾਰੀ ਤੇ ਤਾਂ ਪਾਬੰਦੀ ਹੈ, ਪਰ ਸਿੱਟ ਨੂੰ, ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਦੇਣਾ ਪਏਗਾ। ਪਰ ਮੈਨੂੰ ਲੱਗਦਾ ਹੈ ਕਿ ਸਾਬਕਾ ਪੁਲਿਸ ਮੁਖੀ ਇਹ ਪੁਲਿਸ ਨੂੰ ਟਿੱਚ ਸਮਝ ਰਹੇ ਨੇ। ਮੁਲਤਾਨੀ ਮਾਮਲੇ ਦੇ ਵਿੱਚ SHO ਵੱਲੋਂ ਸਾਬਕਾ ਪੁਲਿਸ ਮੁਖੀ ਨੂੰ ਸੰਮਣ ਭੇਜੇ ਗਏ ਸੀ। ਆ ਜਿਹੜੀ ਕੱਲ੍ਹ ਸਵੇਰ ਲੰਘ ਗਈ ਕਿ 11 ਵਜੇ ਮਟੌਰ ਥਾਣੇ ਦੇ ਵਿੱਚ ਸਿੱਟ ਦੇ ਅੱਗੇ ਪੇਸ਼ ਹੋਵੋ, ਆਓ। ਦੁਪਹਿਰ ਦੇ ਬਾਅਦ ਤੱਕ ਵੀ ਸਿੱਟ ਵਾਲੇ ਉਡੀਕਦੇ ਰਹੇ, ਪੁਲਿਸ ਉਡੀਕਦੀ ਰਹੀ ਤੇ ਬਾਹਰ ਖੜਾ ਮੀਡੀਆ ਉਡੀਕਦਾ ਰਿਹਾ ਕਿ ਵੇਖਦੇ ਹਾਂ ਕਿ ਸਾਬਕਾ ਪੁਲਿਸ ਮੁਖੀ ਹੁਣ ਆਏ, ਬਿੰਦ ਆਏ, ਝੱਟ ਆਏ, ਪਰ ਥਾਣੇ ਨਹੀਂ ਪਹੁੰਚਿਆ। ਸੁਮੇਧ ਸੈਣੀ ਨੇ, ਉਹਨੂੰ ਲੱਗਦਾ ਸੀ ਕਿ ਸ਼ਾਇਦ ਜੇਕਰ ਮੈਂ ਕਿਤੇ ਥਾਣੇ ਚਲਿਆ ਗਿਆ ਮੈਨੂੰ ਕਿਤੇ ਗ੍ਰਿਫਤਾਰ ਨਾ ਕਰ ਲੈਣ, ਕਿਉਂਕਿ ਮਾਮਲਾ ਹੁਣ ਸੁਮੇਧ ਸੈਣੀ ਦੇ ਉੱਤੇ ਇਹ ਮੁਲਤਾਨੀ ਵਾਲਾ ਨਹੀਂ, ਕਈ ਕੇਸ ਹੋਰ ਖੁੱਲ੍ਹੇ ਪਏ ਨੇ।
ਉਹਨਾਂ ਨੂੰ ਲੱਗਦਾ ਸੀ ਸਾਬਕਾ ਪੁਲਿਸ ਮੁਖੀ ਸੈਣੀ ਨੂੰ ਕਿ ਸ਼ਾਇਦ ਮੈਨੂੰ ਕਿਸੇ ਹੋਰ ਮਾਮਲੇ ਵਿੱਚ ਗ੍ਰਿਫਤਾਰ ਨਾ ਕਰ ਲਿਆ ਜਾਵੇ, ਕਿਉਂਕਿ ਪੁਲਿਸ ਕੀ ਕਰਦੀ ਹੁੰਦੀ ਹੈ ਉਹਨਾਂ ਤੋਂ ਬਿਹਤਰ ਕੌਣ ਜਾਣਦਾ ਹੋਣਾ। ਇਸੇ ਹੀ ਕਰਕੇ ਉਹਨਾਂ ਨੇ ਮਾਨਯੋਗ ਅਦਾਲਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇੱਕ ਵਾਰੀ ਫਿਰ ਬੂਹਾ ਖੜਕਾ ਦਿੱਤਾ। ਪਰ ਹਾਈ ਕੋਰਟ ਦੇ ਵਿੱਚ ਬੂਹਾ ਖੜਕਾਉਣ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਵੱਡੀ ਰਾਹਤ ਦੇ ਦਿੱਤੀ ਹੈ। ਮਾਨਯੋਗ ਅਦਾਲਤ ਨੇ ਕਿਹਾ ਕਿ ਮੁਲਤਾਨੀ ਕੇਸ ਨੂੰ ਛੱਡ ਕੇ ਬਾਕੀ ਕਿਸੇ ਵੀ ਮਾਮਲੇ ਦੇ ਵਿੱਚ, ਜਿੰਨੇ ਵੀ ਮਾਮਲੇ ਹੋਰ ਚੱਲ ਰਹੇ ਨੇ, ਕਿਸੇ ਦੇ ਵਿੱਚ ਵੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਮੁਲਤਾਨੀ ਕੇਸ ਤਾਂ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ, ਮੁਲਤਾਨੀ ਕੇਸ ਦੇ ਵਿੱਚ ਉਹਨਾਂ ਨੇ ਅਗਾਊਂ ਜ਼ਮਾਨਤ ਨਹੀਂ ਦਿੱਤੀ। ਮੁਲਤਾਨੀ ਕੇਸ ਨੂੰ ਛੱਡ ਕੇ ਬਾਕੀ ਸਾਰੇ ਮਾਮਲਿਆਂ ਦੇ ਵਿੱਚ ਮਾਨਯੋਗ ਅਦਾਲਤ ਨੇ ਸੁਮੇਧ ਸੈਣੀ ਨੂੰ ਇੱਕ ਵਾਰੀ ਫਿਰ ਤੋਂ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਪਰ SIT ਦੇ ਜਿਹੜੇ ਮੁਖੀ ਨੇ SPD ਹਰਮਨਦੀਪ ਸਿੰਘ ਹਾਂਸ, ਉਹਨਾਂ ਦੀ ਅਗਵਾਈ ਉਹ ਕਰ ਰਹੇ ਆ SIT ਦੀ। DSP ਬਿਕਰਮਜੀਤ ਸਿੰਘ ਬਰਾੜ ਨੇ, SHO ਰਾਜੀਵ ਕੁਮਾਰ ਨੇ ਇਹ ਮਟੌਰ ਥਾਣੇ ਦੇ ਵਿੱਚ ਇੰਤਜ਼ਾਰ ਕਰਦੇ ਰਹੇ ਕਿ ਸੁਪਰੀਮ ਕੋਰਟ ਨੇ ਸੈਣੀ ਨੂੰ ਆਦੇਸ਼ ਦਿੱਤੇ ਹੋਏ ਸੀ ਕਿ ਭਾਈ ਜਾਂਚ ਵਿੱਚ ਸ਼ਾਮਲ ਹੋਵੀਂ, ਪਰ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਗਿਆ। ਸੁਮੇਧ ਸੈਣੀ ਸਿੱਟ ਦੇ ਸਾਹਮਣੇ ਇੱਕ ਵਾਰੀ ਵੀ ਪੇਸ਼ ਨਹੀਂ ਹੋਇਆ, ਜਾਂਚ ਦੇ ਵਿੱਚ ਸਹਿਯੋਗ ਦਿੱਤਾ ਨਹੀਂ। ਹੁਣ ਬਾਹਰ ਮੀਡੀਆ ਵਾਲੇ ਉਡੀਕਦੇ ਰਹੇ, ਅੰਦਰ ਸਿੱਟ ਵਾਲੇ ਉਡੀਕਦੇ ਰਹੇ, ਪਰ ਸੈਣੀ ਸਾਹਿਬ ਕਿਤੇ ਨਹੀਂ ਆਏ। ਹੁਣ ਵੇਖੋ ਕਿ ਜਦੋਂ ਅਦਾਲਤ ਦੇ ਵਿੱਚ, ਮਾਨਯੋਗ ਅਦਾਲਤ ਸੁਪਰੀਮ ਕੋਰਟ ਵਿੱਚ ਫਿਰ ਜਾਣਗੇ, ਇਹ ਗੱਲ ਉਚੇਚੇ ਤੌਰ ਤੇ ਸਿੱਟ ਵੀ ਦੱਸੂ, ਪੰਜਾਬ ਸਰਕਾਰ ਵੀ ਦੱਸੂ ਕਿ ਸੈਣੀ ਨਹੀਂ ਆਇਆ। ਤੁਸੀਂ ਇਹਨੂੰ ਆਦੇਸ਼ ਦਿੱਤਾ ਸੀ ਕਿ ਕੁਝ ਹਫ਼ਤੇ ਤੈਨੂੰ ਗ੍ਰਿਫਤਾਰ ਤਾਂ ਨਹੀਂ ਕੀਤਾ ਜਾ ਸਕਦਾ, ਪਰ ਜ਼ਮਾਨਤ ਤੈਨੂੰ ਦਿੱਤੀ ਨਹੀਂ, ਜਾਂਚ ਸਹਿਯੋਗ ਕਰਨਾ ਪਏਗਾ। ਪਰ ਸੈਣੀ ਜਾਂਚ ਵਿੱਚ ਸਹਿਯੋਗ ਕਰਨ ਵਾਸਤੇ ਮਟੌਰ ਥਾਣੇ ਪਹੁੰਚਿਆ ਨਹੀਂ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੀ ਵਿਸਥਾਰ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੱਤੀ ਹੈ। ਜੇਕਰ ਸੱਚਮੁੱਚ ਜਾਣਕਾਰੀਆਂ ਸਟੀਕ ਪੁਖਤਾ ਲੱਗੀਆਂ ਨੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਿਓ, ਤੇ ਜੇਕਰ ਸਾਡਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਵੀ ਕਰ ਲਿਓ। ਤੇ ਜਾਂਦੇ ਜਾਂਦੇ ਇੱਕ ਗੱਲ ਹੋਰ, ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਦੀਆਂ ਅਸੀਂ ਤੁਹਾਡੇ ਨਾਲ ਇੰਟਰਵਿਊਜ਼ ਸਾਂਝੀਆਂ ਕਰਨੀਆਂ ਨੇ। ਉਹ ਪਰਸਨੈਲਿਟੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਉਹਦੇ ਨਾਲ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਹੋ ਸਕਦਾ ਕਿਸੇ ਕਲਾਕਾਰ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਸਕਦਾ ਕਿਸੇ ਕਲਾਕਾਰ ਨੂੰ ਤੁਸੀਂ ਬਿਲਕੁਲ ਵੀ ਪਸੰਦ ਨਾ ਕਰਦੇ ਹੋ, ਪਰ ਹੋ ਸਕਦਾ ਕਿ ਹੋਰ ਲੋਕ ਪਸੰਦ ਕਰਦੇ ਹੋਣ, ਪਰ ਉਹਨਾਂ ਦੇ ਆਪਣੇ ਪੱਖ ਹੋ ਸਕਦੇ ਆ। ਤੇ ਇਹਦੇ ਨਾਲ ਇੱਕ ਹੋਰ, ਜਿਹੜੇ ਬੜੇ ਚਲੰਤਰ ਕਲਾਕਾਰ ਨੇ, ਜਿਹੜੇ ਇਸ ਵਕਤ ਨੋਨ ਨੇ, ਉਹਨਾਂ ਨੂੰ ਤਾਂ ਹਰ ਕੋਈ ਸੱਦ ਲੈਂਦਾ ਚੈਨਲ ਤੇ, ਉਹਨਾਂ ਦੀ ਗੱਲ ਵੀ ਸੁਣ ਲੈਂਦਾ, ਪਰ ਮੇਰੀ ਕੋਸ਼ਿਸ਼ ਰਹੇਗੀ ਕਿ ਉਹ ਗਰੀਬ ਕਲਾਕਾਰ, ਕਲਾ ਜਿਨ੍ਹਾਂ 'ਚ ਹੈਗੀ ਹੈ ਪਰ ਕਿਸੇ ਨਾ ਕਿਸੇ ਵਜ੍ਹਾ ਕਾਰਨ ਸਾਹਮਣੇ ਨਹੀਂ ਆ ਸਕੇ। ਕਲਾਕਾਰ ਵੱਡਾ ਜਾਂ ਛੋਟਾ ਕੋਈ ਨਹੀਂ, ਕਲਾ ਉਹਨਾਂ ਦੇ ਅੰਦਰ ਹੈ ਪਰ ਮੌਕੇ ਬਰਾਬਰ ਦੇ ਨਾ ਮਿਲ ਸਕੇ, ਜਿਸ ਕਰਕੇ ਥੋੜ੍ਹੇ ਬਹੁਤ ਪਿੱਛੇ ਰਹਿ ਗਏ, ਉਹਨਾਂ ਨੂੰ ਵੀ ਇਸ ਮੰਚ ਤੋਂ ਤੁਹਾਡੇ ਰੂਬਰੂ ਕਰਿਆ ਕਰਾਂਗਾ। ਇਹ ਨਹੀਂ ਹੋਏਗਾ ਕਿ ਕਿਸੇ ਉਸ ਤਰ੍ਹਾਂ ਦੇ ਗਾਇਕ ਕਲਾਕਾਰ ਦੀ ਜਾਂ ਕਿਸੇ ਕਲਾਕਾਰ ਦੀ ਇੰਟਰਵਿਊ ਤਾਂ ਕਰ ਲਈ ਪਰ ਬਾਅਦ ਵਿੱਚ ਨਸ਼ਰ ਨਹੀਂ ਕੀਤੀ ਕਿ ਯਾਰ ਇਹਨੂੰ ਕੌਣ ਦੇਖੂ। ਇੰਜ ਨਹੀਂ ਹੋਏਗਾ। ਕਲਾਕਾਰ ਛੋਟਾ ਹੋਵੇ, ਵੱਡਾ ਹੋਵੇ, ਨਵਾਂ ਹੋਵੇ, ਪੁਰਾਣਾ ਹੋਵੇ, ਹਰ ਇੱਕ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਮੁਲਾਕਾਤ ਕਰਨੀ ਚਾਹੁੰਦੇ ਹੋ ਤਾਂ ਕਮੈਂਟ ਦੇ ਰੂਪ ਵਿੱਚ ਛੱਡ ਦਿਓ, ਜਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਫੇਸਬੁੱਕ ਲਿੰਕ, ਇੰਸਟਾ ਦਾ, ਟਵਿੱਟਰ ਦਾ ਲਿੰਕ ਪਾਇਆ ਹੋਇਆ, ਉੱਥੇ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ। ਇਸ ਦੇ ਨਾਲ ਹੀ ਹੁਣ ਚੱਲਦੇ ਹਾਂ, ਸਮਾਂ ਹੋ ਗਿਆ, ਕੱਲ੍ਹ ਫੇਰ ਮਿਲਾਂਗੇ, ਪਰ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਤੇਰਾ ਭਰਾ।